ਭਾਰਤ ਦੇ ਜਿਹੜੇ ਬਾਰਡਰ ਦੇ ਉੱਤੇ ਡਰੋਨ ਦੀ ਕਾਫੀ ਜਿਹੜੀ ਕੀ ਐਕਟੀਵਿਟੀ ਦੇਖਣ ਨੂੰ ਮਿਲ ਰਹੀ ਆ। ਸਾਡਾ ਕੰਮ ਹੈ ਅਸੀਂ ਕਸਟਮਾਈਜ਼ ਡਰੋਨਸ ਬਣਾਉਂਦੇ ਹਾਂ ਜੀ ਪੁਲਿਸ ਆਰਮੀ ਵਾਸਤੇ ਡਿਫੈਂਸ ਸੈਕਟਰ ਵਾਸਤੇ ਪਲੱਸ ਯੂਥ ਨੂੰ ਟ੍ਰੇਨ ਕਰਦੇ ਹਾਂ ਡਰੋਨਸ ਦੇ ਵਿੱਚ। ਹੋਰ ਵੀ ਡਰੋਨਸ ਆ ਸਕਦੇ हैं ਤੇ ਇਹਨਾਂ ਦੀ ਰੋਕਥਾਮ ਵੀ ਕੀਤੀ ਜਾ ਸਕਦੀ ਹੈ ਜੇ ਗਵਰਨਮੈਂਟ ਧਿਆਨ ਦੇਵੇ ਇਹਨਾਂ ਕੰਮਾਂ ਦੇ ਬਾਰੇ। ਜਿਹੜੇ ਡਰੋਨਸ ਆ ਰਹੇ ਆ ਉਹਨਾਂ ਨੂੰ ਆਪਾਂ ਕਿਸ ਤਰ੍ਹਾਂ ਰੋਕ ਸਕਦੇ ਹਾਂ, ਕਿਵੇਂ ਆਇਡੈਂਟੀਫਾਈ ਕਰ ਸਕਦੇ ਹਾਂ ਜਾਂ ਉਹਨਾਂ ਨੂੰ ਕਿਵੇਂ ਜੈਮ ਕਰ ਸਕਦੇ ਹਾਂ ਜੈਮਿੰਗ ਸਿਸਟਮ ਦੇ ਥਰੂ। ਬਹੁਤ ਸਾਰੇ ਇਦਾਂ ਦੇ ਗੈਜਟਸ ਹੈਗੇ ਆ ਜਿਹੜੇ ਸਕਸੈਸਫੁਲ ਹੈਗੇ ਆ, ਉਹਨਾਂ ਨੂੰ ਯੂਜ਼ ਕਰਕੇ ਜਿਹੜੇ ਬਾਰਡਰ ਏਰੀਆਜ਼ ਦੇ ਵਿੱਚ ਡਰੋਨਸ ਆ ਰਹੇ ਆ ਸਰਹੱਦ ਤੋਂ ਆਪਾਂ ਸਟਾਪ ਕਰ ਸਕਦੇ ਹਾਂ। ਗਲੋਬਲ ਪੰਜਾਬ ਟੀਵੀ ਤੇ ਸਭ ਦਾ ਸਵਾਗਤ। ਮੈਂ ਤੁਹਾਡੇ ਨਾਲ ਦਲਜੀਤ ਸਿੰਘ। ਪਾਕਿਸਤਾਨ ਜਾਂ ਭਾਰਤ ਦੇ ਜਿਹੜੇ ਬਾਰਡਰ ਦੇ ਉੱਤੇ ਡਰੋਨ ਦੀ ਕਾਫੀ ਜਿਹੜੀ ਕੀ ਐਕਟੀਵਿਟੀ ਦੇਖਣ ਨੂੰ ਮਿਲ ਰਹੀ ਆ। ਕਿਲੋ 2 ਕਿਲੋ ਦੇ ਹਿਸਾਬ ਨਾਲ ਜਿਹੜੀ ਕਿ ਹੈਰੋਇਨ ਕੈਰੀ ਕਰਕੇ ਉਹ ਡਰੋਨ ਲੈ ਕੇ ਆ ਰਹੇ ਨੇ। ਅੱਜ ਕੱਲ੍ਹ ਯੂਥ ਦੇ ਵਿੱਚ ਡਰੋਨ ਦੇ ਪ੍ਰਤੀ ਵੀ ਇੱਕ ਕ੍ਰੇਜ਼ ਜਿਹੜਾ ਕਿ ਬਣ ਚੁੱਕਿਆ। ਅਸੀਂ ਜ਼ਿਆਦਾ ਜਾਣਕਾਰੀ ਨਾਲ ਸਾਡੇ ਸਨੀ ਕੁਮਾਰ ਸਾਡੇ ਨਾਲ ਜੁੜੇ ਹੋਏ ਨੇ, ਗੱਲਬਾਤ ਕਰਦੇ ਉਹਨਾਂ ਨਾਲ। ਤਾਂ ਸਤਿ ਸ਼੍ਰੀ ਅਕਾਲ ਸਨੀ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਅਸੀਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਤੁਹਾਡੀ ਜਿਹੜੀ ਕੰਪਨੀ ਆ ਉਸ ਦਾ ਪੂਰਾ ਨਾਂ ਤੇ ਉਹ ਕੀ ਕੰਮ ਕਰਦੀ ਹੈ। ਸਾਡੀ 2 ਕੰਪਨੀਆਂ ਹੈ ਜੀ, ਚੰਡੀਗੜ੍ਹ ਇੰਸਟੀਚਿਊਟ ਆਫ ਡਰੋਨਸ ਤੇ ਡਰੋਬੋਟ UAV ਪ੍ਰਾਈਵੇਟ ਲਿਮਿਟਿਡ। ਸਾਡਾ ਕੰਮ ਹੈ ਅਸੀਂ ਕਸਟਮਾਈਜ਼ ਡਰੋਨਸ ਬਣਾਉਂਦੇ ਹਾਂ ਜੀ ਪੁਲਿਸ ਆਰਮੀ ਵਾਸਤੇ ਡਿਫੈਂਸ ਸੈਕਟਰ ਵਾਸਤੇ ਪਲੱਸ ਯੂਥ ਨੂੰ ਟ੍ਰੇਨ ਕਰਦੇ ਹਾਂ ਡਰੋਨਸ ਦੇ ਵਿੱਚ। ਤੇ ਭਾਜੀ ਅੱਜ ਕੱਲ੍ਹ ਜਿਹੜੇ ਡਰੋਨ ਐਕਟੀਵਿਟੀਜ਼ ਬੜੀ ਦੇਖਣ ਨੂੰ ਮਿਲ ਰਹੀ ਆ ਪਾਕਿਸਤਾਨ ਦੇ ਜਾਂ ਬਾਰਡਰ ਦੇ ਉੱਤੇ। ਆਪਾਂ ਦੇਖ ਲੈਂਦੇ ਹਾਂ ਕਿ ਕਿਲੋਆਂ ਦੇ ਹਿਸਾਬ ਨਾਲ ਜਿਹੜੇ ਕਿ ਡਰੋਨ ਹੈਰੋਇਨ ਕੈਰੀ ਕਰਕੇ ਆ ਰਹੇ, ਨਸ਼ੇ ਕੈਰੀ ਕਰਕੇ ਆ ਰਹੇ, ਕੋਈ ਆਪਾਂ ਨੂੰ ਵੈਪਨਸ ਵੀ ਦੇਖਣ ਨੂੰ ਮਿਲ ਰਿਹਾ। ਉਸ ਦੇ ਬਾਰੇ ਕੀ ਕਹਿਣਾ ਚਾਹੁੰਦੇ? ਉਸ ਦੇ ਬਾਰੇ ਤਾਂ ਜੀ ਮੈਂ ਇਹੀ ਕਹਿਣਾ ਚਾਹੂੰਗਾ ਜਿਹੜੇ ਵੀ ਡਰੋਨਸ ਆ ਰਹੇ ਹੈ ਪਾਕਿਸਤਾਨ ਸਾਈਡ ਤੋਂ ਜਾਂ ਬਾਰਡਰਸ ਏਰੀਆ ਦੇ ਵਿੱਚ ਆ ਰਹੇ ਹੈ ਅਤੇ ਉਹ ਡਿਫਰੈਂਟ ਇਕਵਿਪਮੈਂਟ ਕੈਰੀ ਕਰ ਰਹੇ ਹੈ ਅਤੇ ਅਲੱਗ-ਅਲੱਗ ਤਰੀਕੇ ਦੇ ਡਰੋਨ ਹੈ। ਹਾਲੇ ਤੱਕ ਤਾਂ 2 ਨਿਊਜ਼ ਸੁਣੀਆਂ ਹੀਰੋਇਨ ਵਾਲੀ ਅਤੇ ਇੱਕ ਰੀਸੈਂਟਲੀ ਨਿਊਜ਼ ਸੁਣੀ ਸੀਗੀ ਉਹਦੇ 'ਚ ਕੋਈ ਵੈਪਨ ਸੀਗਾ। ਹੋਰ ਵੀ ਡਰੋਨਸ ਆ ਸਕਦੇ ਹੈ ਅਤੇ ਇਹਨਾਂ ਦੀ ਰੋਕਥਾਮ ਵੀ ਕੀਤੀ ਜਾ ਸਕਦੀ ਹੈ ਜੇ ਗਵਰਨਮੈਂਟ ਧਿਆਨ ਦੇਵੇ ਇਹਨਾਂ ਕੰਮਾਂ ਦੇ ਬਾਰੇ। ਇਹ ਜਿਹੜੇ ਡਰੋਨਸ ਦੇਖਣ ਨੂੰ ਮਿਲਦੇ ਆ, ਤੁਹਾਡੀ ਵੀ ਇੱਕ ਲੈਬ ਆ, ਤੁਸੀਂ ਵੀ ਕੰਮ ਕਰ ਰਹੇ ਹੋ ਇਹਨਾਂ ਦੇ ਪ੍ਰਤੀ ਜਿਹੜੇ ਕਿ ਡਰੋਨਸ ਨੂੰ ਲੈ ਕੇ। ਅਤੇ ਤੁਹਾਡੀ ਲੈਬ ਦੇ ਵਿੱਚ ਕੀ ਇਹਨਾਂ ਦਾ ਕੋਈ ਇਲਾਜ ਹੈਗਾ ਤੁਹਾਡੀ ਲੈਬ ਦੇ ਕੋਲ? ਸਰ ਅਸੀਂ ਤਾਂ ਡਰੋਨਸ ਬਣਾਉਂਦੇ ਹਾਂ ਅਤੇ ਡਰੋਨਸ ਦੀ ਇਨਫੋਰਮੇਸ਼ਨਸ ਦੇ ਸਕਦੇ ਹਾਂ ਅਤੇ ਹੈਲਪ ਕਰ ਸਕਦੇ ਹਾਂ ਕਿ ਜਿਹੜੇ ਡਰੋਨਸ ਆ ਰਹੇ ਆ ਉਹਨਾਂ ਨੂੰ ਆਪਾਂ ਕਿਸ ਤਰ੍ਹਾਂ ਰੋਕ ਸਕਦੇ ਹਾਂ, ਕਿਵੇਂ ਆਇਡੈਂਟੀਫਾਈ ਕਰ ਸਕਦੇ ਹਾਂ ਜਾਂ ਉਹਨਾਂ ਨੂੰ ਕਿਵੇਂ ਜੈਮ ਕਰ ਸਕਦੇ ਹਾਂ ਜੈਮਿੰਗ ਸਿਸਟਮ ਦੇ ਥਰੂ। ਬਹੁਤ ਸਾਰੇ ਇੱਦਾਂ ਦੇ ਗੈਜਟਸ ਹੈਗੇ ਹੈ ਜਿਹੜੇ ਸਕਸੈਸਫੁਲ ਹੈਗੇ ਹੈ ਜਿਨ੍ਹਾਂ ਦੇ ਵਿੱਚ ਅਸੀਂ ਕੰਮ ਕਰ ਚੁੱਕੇ ਹੈ ਅਤੇ ਉਹਨਾਂ ਨੂੰ ਯੂਜ਼ ਕਰਕੇ ਜਿਹੜੇ ਬਾਰਡਰ ਏਰੀਆਜ਼ ਦੇ ਵਿੱਚ ਡਰੋਨਸ ਆ ਰਹੇ ਹੈ ਸਰਹੱਦ ਤੋਂ ਆਪਾਂ ਸਟਾਪ ਕਰ ਸਕਦੇ ਹਾਂ। ਡਰੋਨਸ ਜਿਹੜੇ ਪਾਕਿਸਤਾਨ ਬਾਰਡਰ ਦੇ ਉੱਤੇ ਜਿਹੜੇ ਦੇਖਣ ਨੂੰ ਮਿਲਦੇ ਆ ਉਹ ਕਾਫੀ ਜਿਹੜੇ ਕਿ ਵੱਡੇ ਹੱਦ ਤੱਕ ਹੁੰਦੇ ਆ। ਕੋਈ ਇੱਦਾਂ ਲੱਗਦਾ ਕਿ ਇੱਕ ਇਨਸਾਨ ਵੀ ਜੇ 2 ਡਰੋਨ ਹੋਣ ਇਕੱਠੇ ਤਾਂ ਇੱਕ ਇਨਸਾਨ ਵੀ ਲੰਘ ਕੇ ਆ ਸਕਦਾ ਉਸ ਦੇ ਬਾਰੇ ਕੀ ਕਹਿਣਾ ਚਾਹੋਗੇ? ਕਿ ਸਰ ਇਹ ਹੋ ਸਕਦਾ? ਬਿਲਕੁਲ ਹੋ ਸਕਦਾ ਹੈ। 2 ਡਰੋਨ ਦੀ ਤਾਂ ਲੋੜ ਹੀ ਨਹੀਂ ਹੈ। ਇੱਕ ਇਕੱਲੇ ਡਰੋਨ ਦੇ ਵਿੱਚ ਇਨਸਾਨ ਤੁਸੀਂ ਕਹਿ ਰਹੇ ਹੋ ਲਮਕ ਕੇ ਕੈਰੀ ਹੋ ਕੇ ਆ ਸਕਦਾ ਹੈ। ਛੋਟੇ ਤੋਂ ਲੈ ਕੇ ਵੱਡੇ ਡਰੋਨਸ 1 ਕਿਲੋ ਤੋਂ ਲੈ ਕੇ 100 ਕਿਲੋ ਤੱਕ ਡਰੋਨ ਪੇਲੋਡ ਚੱਕ ਸਕਦੇ। ਅਤੇ ਤੁਸੀਂ ਕੋਈ ਇਸ ਦੇ ਪ੍ਰਤੀ ਕੋਈ ਇੰਡੀਅਨ ਆਰਮੀ ਨਾਲ ਗੱਲਬਾਤ ਹੋਈ ਕਿ ਅਸੀਂ ਵੀ ਇਸ ਦੇ ਤੁਹਾਡੇ 'ਚ ਮਦਦ ਕਰ ਸਕਦੇ ਹਾਂ, ਤੁਹਾਡੀ ਹੈਲਪ ਹੋ ਸਕਦੀ ਹੈ ਇਸ ਚੀਜ਼ ਨੂੰ ਲੈ ਕੇ? ਬਿਲਕੁਲ ਸਰ, ਚੱਲ ਰਿਹਾ ਐਂਟੀ ਟੈਰਰ ਡਰੋਨਸ ਆਪਰੇਸ਼ਨਸ ਦੇ ਵਿੱਚ ਕੰਮ ਚੱਲ ਰਿਹਾ ਕਿ ਆਪਾਂ ਐਨੀਮੀ ਡਰੋਨਸ ਨੂੰ ਕਿਵੇਂ ਜੈਮ ਕਰ ਸਕਦੇ ਹਾਂ, ਕਿਵੇਂ ਰੋਕ ਸਕਦੇ ਹਾਂ ਅਤੇ ਉਹ ਸਕਸੈਸਫੁਲ ਵੀ ਚੱਲ ਰਹੀਆਂ ਚੀਜ਼ਾਂ। ਇਹ ਤਾਂ ਪੰਜਾਬ ਬਾਰਡਰ ਏਰੀਆ ਦੇ ਵਿੱਚ ਹਾਲੇ ਤੱਕ ਨਹੀਂ ਸਟੋਪ ਹੋ ਪਾ ਰਹੀ ਹੈ ਪਰ ਕੁਛ ਹੀ ਦਿਨਾਂ ਦੇ ਵਿੱਚ ਇਹ ਵੀ ਚੀਜ਼ਾਂ ਸਟੋਪ ਹੋ ਜਾਣਗੀਆਂ। ਅਤੇ ਹੋਰ ਤੁਸੀਂ ਕਿਸੇ ਤੱਕ ਪਹੁੰਚ ਕੀਤੀ? ਤੁਹਾਡੇ ਤੱਕ ਕਿਸੇ ਹੋਰ ਨੇ ਕੋਈ ਕਿਸਾਨਾਂ ਨੂੰ ਵੀ ਅੱਜ ਕੱਲ੍ਹ ਪੈਸਟੀਸਾਈਡ ਜਿਹੜੇ ਕਿ ਛਿੜਕਣ ਦੀ ਜ਼ਰੂਰਤ ਪੈਂਦੀ ਹੈ ਦੇਖਣ ਨੂੰ ਮਿਲਦੇ ਆ ਡਰੋਨਸ, ਉਸ ਨੂੰ ਲੈ ਕੇ ਕੋਈ ਪਹੁੰਚ ਕੀਤੀ ਹੋ ਕਿਸੇ ਨੇ? ਬਿਲਕੁਲ ਸਰ ਕੀਤੀ ਹੈ। ਕਈ ਜਿਹੜੀ ਐਗਰੀਕਲਚਰ ਫਰਮਸ ਹੈਗੀਆਂ ਜਾਂ ਤੁਸੀਂ ਕਹਿ ਲਓ ਸੁਸਾਇਟੀਜ਼ ਹੈ ਉਹਨਾਂ ਨੇ ਸਾਡੇ ਨਾਲ ਮਿਲ ਕੇ ਕਿਸਾਨਾਂ ਨੂੰ ਅਵੇਅਰਨੈਸ ਪ੍ਰੋਗਰਾਮ ਅਸੀਂ ਕੀਤੇ ਹੈ ਉਹਨਾਂ ਦੇ ਨਾਲ ਮਿਲ ਕੇ ਅਤੇ ਕਿਸਾਨਾਂ ਨੂੰ ਇਹਨਾਂ ਦੇ ਬੈਨੀਫਿਟਸ ਵੀ ਦੱਸੇ ਜਾ ਰਹੇ ਹੈ ਕਿਵੇਂ ਤੁਸੀਂ ਪੈਸਟੀਸਾਈਡ ਸਪਰੇਅ ਕਰ ਸਕਦੇ ਹੋ ਪਲੱਸ ਕ੍ਰੌਪ ਮੋਨੀਟਰਿੰਗ ਜਾਂ ਕ੍ਰੌਪ ਸੇਫ ਕਿਵੇਂ ਕਰ ਸਕਦੇ ਹੋ ਵਿਦ ਦੀ ਹੈਲਪ ਆਫ ਡਰੋਨ। ਕੀ ਡਰੋਨ ਨਾਲ ਹੋਰ ਕਿਹੜੇ ਕੰਮ ਸੌਖੇ ਹੋ ਸਕਦੇ ਤੁਹਾਡੇ ਮੁਤਾਬਕ? ਡਰੋਨ ਇੱਕ ਉੱਡਣ ਵਾਲੀ ਚੀਜ਼ ਆ ਜਿਹੜੀ ਕਿ ਇੱਕ ਪਹਿਲਾਂ ਹੁੰਦਾ ਸੀਗਾ ਕਿ ਅਸੀਂ ਪੇਪਰ ਦੇ ਜਹਾਜ਼ ਬਣਾ ਕੇ ਉਡਾਉਂਦੇ ਹੁੰਦੇ ਸੀਗੇ। ਅਸੀਂ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਸਾਡੇ ਜਿਹੜੇ ਹੱਥਾਂ ਦੇ ਵਿੱਚ ਐਸੀ ਜਿਹੜੀ ਕਿ ਵੀਡੀਓਜ਼ ਆ ਜਿਹੜੇ ਹੈਲੀਕਾਪਟਰ ਨਾਲ ਸ਼ੂਟ ਹੁੰਦੀਆਂ ਸੀਗੀਆਂ ਅਤੇ ਅੱਜ ਕੱਲ੍ਹ ਡਰੋਨ ਨਾਲ ਸ਼ੂਟ ਹੋਣ ਲੱਗ ਗਈਆਂ। ਹੋਰ ਕਿਹੜੇ ਕੰਮ ਆ ਜਿਹੜੇ ਸੁਖਾਲੇ ਹੋ ਸਕਦੇ ਡਰੋਨ ਦੇ ਨਾਲ?
ਸਰ ਮੈਂ ਡਰੋਨ ਦੇ ਬਹੁਤ ਜ਼ਿਆਦਾ ਬੈਨੀਫਿਟਸ ਦੱਸ ਸਕਦਾ। ਪਹਿਲੀ ਗੱਲ ਤਾਂ ਡਰੋਨ ਜਿਹੜਾ ਹੈ ਬਹੁਤ ਸਾਰੀ ਇੰਡਸਟਰੀਜ਼ ਦੇ ਵਿੱਚ ਯੂਜ਼ ਹੋ ਰਿਹਾ। ਵੀਡੀਓਗ੍ਰਾਫੀ ਪਰਪਸ 'ਚ ਤਾਂ ਸਾਰਿਆਂ ਨੇ ਦੇਖਿਆ। ਮੈਡੀਕਲ ਡਿਲੀਵਰੀ ਮੈਡੀਸਨਸ ਦੇ ਵਿੱਚ ਔਨ ਦਾ ਸਪੋਟ ਲਾਈਕ ਇੱਦਾਂ ਦਾ ਕੋਈ ਇਨਸੀਡੈਂਟ ਹੈ, ਬਲੱਡ ਭੇਜਣਾ ਜਾਂ ਕੋਈ ਐਮਰਜੈਂਸੀ ਮੈਡੀਸਨਸ ਭੇਜਣੀ ਹਿਲ ਏਰੀਆਜ਼ ਦੇ ਵਿੱਚ, ਇਹ ਡਰੋਨ ਬਹੁਤ ਯੂਜ਼ ਹੋ ਰਿਹਾ। ਸਰਵੀਲਾਂਸ ਪਰਪਸ ਲਈ ਯੂਜ਼ ਹੋ ਰਿਹਾ, ਏਰੀਅਲ ਸਰਵੀਲਾਂਸ, ਬਾਰਡਰ ਪੈਟਰੋਲਿੰਗ, ਮਾਈਨਿੰਗ ਆਪਰੇਸ਼ਨਸ, ਕਮਰਸ਼ੀਅਲੀ ਜੇ ਤੁਸੀਂ ਕਹੋ ਰੋਡ ਮੈਪਿੰਗ ਹੋ ਗਈ, ਐਗਰੀਕਲਚਰ ਦੇ ਵਿੱਚ ਡਰੋਨ ਯੂਜ਼ ਹੋ ਰਿਹਾ ਅਤੇ ਐਨ ਨੰਬਰ ਆਫ ਯੂਜ਼ ਹੈ ਡਰੋਨ ਦੇ। ਹੋਰ ਕਿਹੜੇ ਹੋ ਸਕਦੇ ਇਹਦੇ ਵਿੱਚ ਕਿ ਜਦ ਅਸੀਂ ਗੱਲ ਕਰ ਰਹੇ ਸੀ ਤੁਹਾਡੇ ਨਾਲ ਪਹਿਲਾਂ ਵੀ ਕਿ ਜਦ ਅੱਗ ਬੁਝਾਉਣ ਵਾਸਤੇ ਤੁਸੀਂ ਕੋਈ ਡਰੋਨ ਦਾ ਜਿਹੜੇ ਕਿ ਬਣਾਇਆ ਗਿਆ, ਉਸ ਦੇ ਬਾਰੇ ਦੱਸੋ। ਉਹਦੇ ਬਾਰੇ ਸਰ ਸਾਡੀ ਟੀਮ ਨੇ ਵਿਦ ਦੀ ਹੈਲਪ ਆਫ ਮਨੀਸ਼ ਪੰਡਿਤ ਜੀ ਅਸੀਂ ਫਾਇਰ ਫਾਈਟਰ ਡਰੋਨ ਬਣਾਇਆ ਸੀਗਾ। ਉਹਦਾ ਅਸੀਂ ਟੈਸਟ ਕੀਤਾ ਸੀਗਾ ਲਾਈਕ ਕੋਈ ਸਰਟਨ ਏਰੀਆ ਦੇ ਵਿੱਚ ਫਾਇਰ ਲੱਗੀ ਹੈ, ਜਸਟ ਹੁਣੇ ਲੱਗੀ ਹੈ, ਉਹਨੂੰ ਔਨ ਦਾ ਸਪੋਟ ਕਿਵੇਂ ਅਸੀਂ ਟੈਕਨੋਲੋਜੀ ਨਾਲ ਸਟਾਪ ਕਰ ਸਕਦੇ ਹਾਂ, ਅਤੇ ਅਸੀਂ ਫਾਇਰ ਫਾਈਟਰ ਡਰੋਨ ਬਣਾਇਆ ਸੀਗਾ। ਹੁਣ ਉਸ ਦਾ ਵੱਡਾ ਅਸੀਂ ਡਰੋਨ ਬਣਾ ਰਹੇ ਹਾਂ। ਅਸੀਂ ਤੁਹਾਡੇ ਮਾਧਿਅਮ ਰਾਹੀਂ ਕੋਈ ਦੇਖਣਾ ਚਾਹਾਂਗੇ ਕੋਈ ਡਰੋਨ ਜਿਹੜੇ ਤੁਹਾਡੀ ਲੈਬ ਦੇ ਵਿੱਚ ਪਏ ਹੋਣ। ਸਰ ਛੋਟੇ ਤੋਂ ਲੈ ਕੇ ਵੱਡੇ ਕੁਝ ਡਰੋਨਸ ਉਰੇ ਅਵੇਲੇਬਲ ਹੈਗੇ ਹੈ। ਇਹਨਾਂ ਦੀ ਡਿਟੇਲਸ ਦੇ ਵਿੱਚ ਟੈਕਨੀਕਲ ਸਪੈਸੀਫਿਕੇਸ਼ਨ ਸਾਡੇ ਟੈਕਨੀਕਲ ਹੈਡ ਹੈਗੇ ਮਨੀਸ਼ ਪੰਡਿਤ ਜੀ, ਇਹ ਤੁਹਾਨੂੰ ਸਾਰਾ ਐਕਸਪਲੇਨ ਕਰਨਗੇ। ਤੁਸੀਂ ਜੋ ਵੀ ਆਪਣੇ ਦਰਸ਼ਕਾਂ ਨੂੰ ਨਿਊਜ਼ ਪਹੁੰਚਾਉਣਾ ਚਾਹੁੰਦੇ ਹੋ ਟੈਕਨੀਕਲੀ, ਇਹਦੇ ਬੈਨੀਫਿਟਸ, ਪ੍ਰੋਜ਼ ਐਂਡ ਕੌਨਸ, ਉਹ ਸਾਰੀਆਂ ਚੀਜ਼ਾਂ ਮਿਸਟਰ ਮਨੀਸ਼ ਪੰਡਿਤ ਤੁਹਾਨੂੰ ਸਾਰੀਆਂ ਦੱਸਣਗੇ। ਤਾਂ ਸਤਿ ਸ਼੍ਰੀ ਅਕਾਲ ਮਨੀਸ਼ ਜੀ। ਸਤਿ ਸ਼੍ਰੀ ਅਕਾਲ ਸਰ ਜੀ। ਡਰੋਨ ਦੇ ਵਿੱਚ ਅੱਜ ਕੱਲ੍ਹ ਡਰੋਨ ਦਾ ਜਿਹੜਾ ਕਰੇਜ਼ ਆ ਗਿਆ ਹੈ, ਫੋਟੋਗ੍ਰਾਫੀ ਹੋ ਗਈ, ਭਾਵੇਂ ਪਾਕਿਸਤਾਨ ਬਾਰਡਰ ਹੋ ਗਿਆ, ਸਾਰੇ ਪਾਸੇ ਡਰੋਨਸ ਦੇ ਲੈ ਕੇ ਇੱਕ ਚਰਚਾ ਹੀ ਛਿੜ ਚੁੱਕੀ ਹੈ ਕਿ ਨਵੀਂ ਚੀਜ਼ ਆ ਗਈ ਹੈ। ਅਤੇ ਤੁਸੀਂ ਜਿਹੜੇ ਤੁਹਾਡੇ ਲੈਬ ਦੇ ਵਿੱਚ ਡਰੋਨਸ ਨੇ ਅਤੇ ਇੱਕ ਪਾਕਿਸਤਾਨ 'ਤੇ ਆਉਂਦੇ ਆ ਡਰੋਨਸ, ਇੱਕ ਕੈਮਰਾ, ਉਹਨਾਂ 'ਚ ਫ਼ਰਕ ਕੀ ਹੈ ਤੁਹਾਡੇ ਵਾਲੇ ਡਰੋਨਸ? सर ये जो ड्रोन्स आपको यहाँ पे दिख रहे हैं, हम लोग एप्लीकेशन बेस बनाते हैं। जितने भी आपको यहाँ पे ड्रोन्स दिख रहे हैं, हम इस पे मल्टीपल पर्पज़ के लिए इसको यूज़ करते हैं। अगर छोटा मुझे पेलोड ड्रॉप करके किसी को दिखाना है तो इसको हम पेलोड डाल के एक जगह से दूसरी जगह पे ड्रॉप करते हैं। साथ साथ में अगर मुझे कुछ वीडियो मॉनिटर करना है तो हम इसमें कैमरा माउंट करके एक वीडियो मॉनिटर करते हैं आसपास पे जो भी क्राउड है, जहाँ की फुटेज हमें कैरी करना है या लेना है। बाकी ये आप ड्रोन आपको जो दिख रहे हैं, ये बाहर की कंट्री से बने हुए ड्रोन्स आते हैं। अगेन ये वीडियोग्राफी के लिए यूज़ होते हैं। अगर हम यहाँ खुद बात करें तो ये जो ड्रोन आपको यहाँ पे सामने दिख रहा है, ये अपने हाथों से खुद ही असेंबल करते हैं सो दैट कि हम अलग अलग पर्पस एक ही ड्रोन से कंप्लीट कर सकें। और जो बाहर की ड्रोन अभी इंडियन बॉर्डर में क्रॉस कर रहे हैं, हम जानते हैं कि पंजाब और पाकिस्तान के बॉर्डर आपस में काफ़ी ज़्यादा टच होते हैं, काफ़ी ओपन है, तो वो क्या करते हैं 100 मीटर के एल्टीट्यूड पे ड्रोन को फ्लाई करते हैं सो दैट कि कोई भी इजीली उसको देख ना पाए। और ऐसा कोई रडार नहीं है कि जो ऑब्जेक्ट को डिटेक्ट कर पाए, तो ईजिली बॉर्डर क्रॉस कर लेते हैं वो। और साथ में बड़े ड्रोन लगा के वो 5 केजी 6 केजी जो भी उनका पेलोड होता है, आप ड्रग ले लो या वेपन्स ले लो, ईजिली कैरी कर लेते हैं। तो उसको पकड़ने के लिए अभी हमारे पास जो टेक्नोलॉजी है उतनी डेवलप हो नहीं पाई इंडिया में, तो हम क्या करते हैं, या तो सीधे उसके ऊपर हम अटैक करते हैं थ्रू गन्स, या दूसरी टेक्नोलॉजी हमारे पास अभी है जो इंडिया में काम चल रही है, नेट गन यूज़ करते हैं हम। अगर आसपास में कहीं भी हमें ड्रोन पता चल जाता है तो दूसरे ड्रोन की मदद से इस ड्रोन को हम कैप्चर करने की कोशिश करते हैं। ਇੱਦਾਂ ਨਹੀਂ ਹੋ ਸਕਦਾ ਕਿ ਕੋਈ ਡਰੋਨ ਜਿਹੜਾ ਬਾਰਡਰ ਦੇ ਏਰੀਆ ਦੇ ਵਿੱਚ ਦੇਖਿਆ ਜਾ ਰਿਹਾ ਅਤੇ ਅਸੀਂ ਜਿਸ ਤਰ੍ਹਾਂ ਜੈਮਰ ਲੱਗਦੇ ਹੁੰਦੇ ਆ, ਫੋਨ ਦੇ ਜੈਮਰ ਲੱਗਦੇ ਹੁੰਦੇ ਆ, ਕਿ ਅਸੀਂ ਇਸ ਦੀ ਫਰੀਕੁਐਂਸੀ ਨੂੰ ਮੈਚ ਕਰਕੇ ਅਤੇ ਇਸ ਨੂੰ ਆਪਦੇ ਲਈ ਖਿੱਚਿਆ ਜਾ ਸਕੇ, ਇਸ ਨੂੰ ਉੱਥੇ ਹੀ ਰੋਕਿਆ जा सके? बिल्कुल पॉसिबल है। ये जितने भी आपको एयरक्राफ्ट दिख रहे हैं सारे आरसी होते हैं, रेडियो कंट्रोलर, और जो इनकी फ्रीक्वेंसी होती है मेगाहर्ट्ज़ से लेके 2.4 से लेके मेगाहर्ट्ज़ तक यूज़ करते हैं हम, गीगाहर्ट्ज़। तो हम क्या करते हैं, 2 टेक्नोलॉजी होती है इसको जैम करने के लिए। अगर जिस ड्रोन में जीपीएस लगा होता है, जीपीएस क्या करती है, ड्रोन को ऑटोनोमस फ्लाई करवाती है। एक कोऑर्डिनेट से दूसरे कोऑर्डिनेट्स भेजने के लिए हमें जीपीएस यूज़ करना होता है, तो जीपीएस स्पूफिंग कर सकते हैं। अगर जीपीएस स्पूफिंग करके आपके पास टेक्नोलॉजी है तो ड्रोन का पूरा कमांड आप ले सकते हो। साथ साथ में अगर आपके पास जीपीएस स्पूफिंग की टेक्नोलॉजी नहीं है तो आप रेडियो फ्रिक्वेंसी जो भी 2.4 या मेगाहर्ट्ज़ पे यूज़ हो रही है उसको जैम करके आप ड्रोन को अपने कमांड में ले सकते हो, और जहाँ आपकी मर्जी है, जहाँ पर ब्लैंड करवाना सकते हो वहाँ पे आप ब्लैंड करवा लो। ਅਤੇ ਕੀ ਇਹ ਡਰੋਨ ਦੇ ਜਿਸ ਤਰ੍ਹਾਂ ਇਸ ਦੀ ਕੋਈ ਵੇਟ ਕੈਪੈਸਿਟੀ ਵੀ ਹੋਊਗੀ, ਕੋਈ ਵੇਟ ਇੰਨੀ ਲਿਮਿਟ ਹੋਵੇਗੀ ਕਿ ਇਸ ਦੇ ਜ਼ਿਆਦਾ ਫੈਨ ਲਗਾ ਕੇ ਇਹਦੇ ਉੱਤੇ ਇਸ 'ਤੇ ਕੋਈ 2 ਤੋਂ 3 ਇਨਸਾਨ ਜਿਹੜੇ ਕਿ ਨਾਲ ਉੱਡ ਸਕਦੇ ਆ, ਕੋਈ ਬਾਰਡਰ ਪਾਰ ਆ ਸਕਦਾ ਕੋਈ ਇਸ ਦੇ ਨਾਲ ਲੰਘ ਕੇ ਕੋਈ? जी बिल्कुल, ये एक फ्लाइंग मशीन है, तो आपकी जैसी रिक्वायरमेंट होती है उसके अकॉर्डिंग आप कस्टमाइज़ कर सकते हो। जो आप बोल रहे हैं कि पर्सन को हम फ्लाई करवा सकते हैं, बिल्कुल हो रही है, उसको एयर टैक्सी कहते हैं। इंडिया में बहुत सारी कंपनी है जो उस पर काम कर रही है, बाहर की बहुत सारी कंपनी है जो एयर टैक्सी पे काम कर रही है। हम हैवी इलेक्ट्रॉनिक्स यूज़ करके बड़ा सा स्ट्रक्चर बना के एक पर्सन या 2 पर्सन को हम एक जगह से दूसरी जगह पे भेज सकते हैं। ਇਹਦੀ ਬੈਟਰੀ ਲਾਈਫ ਕਿੰਨੀ ਕੁ ਹੁੰਦੀ ਹੈ, ਵੀ ਕਿੰਨਾ ਚਿਰ ਜਿਹੜਾ ਕਿ ਇੱਕ ਡਰੋਨ ਉੱਡ ਸਕਦਾ?
नॉर्मल ड्रोन जो हम फ्लाई करते हैं, जैसे रेडीमेड ड्रोन जो बाहर से आते हैं, वो 20 से 25 मिनट्स तक फ्लाई होते हैं, क्योंकि जो इसमें हम बैटरी टेक्नोलॉजी यूज़ करते हैं लिथियम पॉलीमर और लिथियम आयन की बैटरी होती है। तो ये काफ़ी ज़्यादा प्रॉब्लम है कि इस टेक्नोलॉजी से ज़्यादा हमें फ्लाई टाइम मिल नहीं पाता है, फिर भी हम अप टू 40 मिनट्स 45 मिनट तक अचीव कर लेते हैं। ਕਿ ਇਹਨਾਂ ਦੇ ਵਿੱਚ ਕੋਈ ਇਹਨਾਂ ਦੇ ਵਿੱਚ ਲਿਮਿਟ ਹੁੰਦੀ ਹੈ ਕਿ ਇੰਨੇ ਕੁ ਏਰੀਆ ਤੱਕ ਜਾ ਸਕਦੇ ਆ ਕਿ ਇਸ ਦਾ ਇੰਨਾ ਕੁ ਦਾਇਰਾ ਹੀ ਹੈ कि उड़ सकता है इस लिमिट सेट करने के लिए एक तो आपकी बैटरी की पावर कैपेसिटी हम देखते हैं कि कितना दूर तक ये ड्रोन जा सकता है। दूसरा जो आपका कम्युनिकेशन होता है, जैसे कि मैंने बताया कि आरसी कंट्रोल होता है, तो ग्राउंड स्टेशन से एयर स्टेशन की जो कम्युनिकेशन डिस्टेंस होती है उसको हमें देखना होता है। सपोज कि हमारे पास जो रेडियो है 2.4 पे चल रहा है, तो ये 5 किलोमीटर तक अपना सिग्नल भेज सकता है। अगर 5 किलोमीटर दूर से आपका ड्रोन बाहर जाता है तो ड्रोन में अगर जीपीएस लगा तो ऑटोमेटिक वो वापस आ जाएगा। सो दिस इज़ हाउ कि ड्रोन फ्लाई कर रहा है अभी। ਕਿ ਅੱਜ ਹੈਲੀਕਾਪਟਰ ਦੇ ਵੀ ਕੁਝ ਲਾਜ਼ ਹੁੰਦੇ ਆ, ਕੋਈ ਐਰੋਡਾਇਨਾਮਿਕਸ ਦੇ ਜਿਹੜੇ ਕਿ ਕੁਝ ਲਾਜ਼ ਹੁੰਦੇ ਆ ਕੋਈ ਇਹਨਾਂ ਦੇ ਵੀ, ਤੇ ਇਹਨਾਂ ਦੇ ਵੀ ਕੋਈ ਲਾਜ਼ ਹੁੰਦੇ, ਡਰੋਨ ਦੇ ਵੀ ਕੋਈ ਲਾਜ਼ ਹੁੰਦੇ? बिल्कुल सर, ये जितने भी फ्लाई व्हीकल्स होते हैं इसमें हमें प्रॉपर कैलकुलेशन करनी होती है, स्ट्रक्चर कैलकुलेशन करनी होती है, कितना लोड बेयर करेगा, क्या इसका लाइफ टाइम होगा, अगर ये व्हीकल हवा में उड़ रही है तो हवा इस पर क्या इफेक्ट करेगी, हमें क्या ओवरकम करना है। तो टोटल फोर्सेस होते हैं एरोडायनेमिक्स के, लिफ्ट, ड्रैग, थ्रस्ट एंड वेट, तो ये सारे हम चीज़ें कैलकुलेट करके ही एक एयरक्राफ्ट बनाते हैं। ਕੋਈ ਲਾਅ, ਕੋਈ ਜਿਸ ਤਰ੍ਹਾਂ ਨੋ ਫਲਾਈਂਗ ਜ਼ੋਨਸ ਹੁੰਦੇ ਆ, ਜਦ ਕੋਈ ਪ੍ਰੋਮੀਨੈਂਟ ਪਰਸਨੈਲਿਟੀ ਜਾਂ ਕੋਈ ਪੀਐਮ ਵਗੈਰਾ ਜਾਂ ਸੀਐਮ ਹੋਵੇ ਉਹਦੇ ਏਰੀਆ ਦੇ ਵਿੱਚ ਕੋਈ ਹੈਲੀਕਾਪਟਰ ਦੀ ਹਲਚਲ ਨਹੀਂ ਹੁੰਦੀਗੀ, ਇਹਦਾ ਵੀ ਕੋਈ ਲਿਮਿਟ ਹੁੰਦੀ ਹੈ? ਇਸ ਦੀ ਵੀ ਕੋਈ, ਇਸ ਦੇ ਲॉज है कोई? जी बिल्कुल, जैसे कि एक फ्लाई व्हीकल है तो इसको मॉनिटर करने के लिए इंडिया में एक बोर्ड है, डायरेक्टर जनरल ऑफ सिविल एविएशन, उन्होंने रूल एंड रेगुलेशन जारी किया है सिविलियंस के लिए, वेट वाइज और रेड जोन वाइज। तो वेट वाइज अगर आपके पास कोई भी ड्रोन है जिसका वेट 250 ग्राम से एवब है तो आपको परमिशन लेना होगा फ्लाई करने के लिए। दैट मीन्स कि आपको एक सर्टिफाइड पायलट होना चाहिए उसको फ्लाई करने के लिए। और एरिया हम कैसे सेलेक्ट करेंगे, आपके पास कोई भी ड्रोन है तो जब भी हम जीपीएस यूज़ करते हैं तो हमें एक मैप दिखाता है, उस मैप में आपको अपने आप लोकेशन पता चल जाएगा कि आप रेड जोन में हैं और ग्रीन जोन में हो। सपोज कि अगर आप एयरपोर्ट के आसपास फ्लाई कर रहे हो तो एयरपोर्ट से आपकी डिस्टेंस कम से कम मिनिमम 5 किलोमीटर होनी चाहिए, 5 किलोमीटर के बाद ही आप फ्लाई करो, क्योंकि विद इन 5 किलोमीटर जो रेंज होती है वो रेड जोन होती है, वहाँ पे आप बिल्कुल भी फ्लाई नहीं कर सकते हो। उसके बाद जो जोन आता है डीजीसीए द्वारा, वो 5 किलोमीटर से लेके 8 किलोमीटर के बीच में होती है, जो होती है येलो जोन, और उसमें हम क्या करते हैं एटीसी की परमिशन लेके आप फ्लाई कर सकते हो, लेकिन वहाँ पे आपको परमिशन लेना होगा कि 200 फीट से एवं आपको फ्लाई नहीं करना है। और जो सब सिविलियंस यूज़ करते हैं फ्लाई करने के लिए वो होता है ग्रीन जोन। ग्रीन जोन में आप फ्लाई कर सकते हो, 400 फीट आपको मेंटेन करना होगा एल्टीट्यूड हाइट, उससे ज़्यादा एवं आप फ्लाई नहीं कर सकते। अगेन आपको वो भी देखना होगा कि जहाँ पे आप उड़ा रहे हो वहाँ पे स्टेट गवर्नमेंट में कुछ नोटिफिकेशन जारी किया है, कोई वीआईपी मूवमेंट है या पहले से रेड जोन इन्होंने यहाँ पे अनाउंस कर रखा है। जैसे अगर मैं चंडीगढ़ की बात करूँ तो हमेशा चंडीगढ़ में फ्लाई करना बैन है, रेड जोन में आता है। तो जब भी आप फ्लाई करो तो ये सब नोटिफिकेशन देख के ही फ्लाई करें। ਜਿਹੜੇ ਕੁਝ ਵਿਆਹ ਸ਼ਾਦੀਆਂ ਦੇ ਵਿੱਚ ਜਿਹੜੇ ਡਰੋਨਸ ਉਡਾਏ ਜਾਂਦੇ ਨੇ ਉਹਨਾਂ ਦੀ ਵੀ ਕੋਈ ਲਿਮਿਟੇਸ਼ਨ ਹੋਣਗੀਆਂ ਕਿ ਤੁਸੀਂ ਇਸ ਏਰੀਆ ਦੇ ਵਿੱਚ ਨਹੀਂ ਉਡਾ ਸਕਦੇ, ਕੋਈ ਉਹਦੇ ਵਾਸਤੇ ਵੀ ਲਾਜ਼ ਹੋਣਗੇ ਕਿ ਜਿਸ ਤਰ੍ਹਾਂ ਚੰਡੀਗੜ੍ਹ ਦੇ ਵਿੱਚ ਨੋ ਫਲਾਈਂਗ ਜ਼ੋਨ ਹੈਗਾ ਤੇ ਬਾਕੀ ਪੰਜਾਬ ਏਰੀਆ ਦੇ ਵਿੱਚ ਕੁਝ ਹੋਵੇਗਾ, ਇਸ ਦੇ ਪ੍ਰਤੀ ਵੀ ਕੋਈ ਲਾਅ ਹੈਗੇ? बिल्कुल, जैसे कि मैंने बताया कि जो शादी ब्याह में जो ड्रोन यूज़ होते हैं वो भी 250 ग्राम से एवं भी है। अगर 250 ग्राम से ड्रोन एवं भी है तो आपको एक सर्टिफाइड पायलट होना चाहिए, और आपको एरिया देखना होगा कि किस एरिया में आप फ्लाई कर रहे हो। अगर आप चंडीगढ़ में भी फ्लाई कर रहे हो तो वहाँ पे रेड जोन है, नियर बाई के पुलिस स्टेशन या आसपास के जो भी लोग हैं उनसे परमिशन लेके ही आप फ्लाई कर सकते हो। या आसपास में अगर मैं यहाँ पे जो सेक्रेटरीट हाउस है उसके आसपास में बिल्कुल आपको फ्लाई ही नहीं करना है। ਤੇ ਇਸ ਦੇ ਨਾਲ ਕੋਈ ਲਾਇਸੈਂਸ ਲੈਣਾ ਪੈਂਦਾ ਕਿ ਕੋਈ ਲਾਇਸੈਂਸ ਹੋਵੇ ਜਿਹੜਾ ਕਿ ਇਸ ਡਰੋਨ ਨੂੰ ਉਡਾਉਣ ਵਾਸਤੇ ਕੋਈ ਸਰਟੀਫਾਈਡ ਕੰਪਨੀ ਦੇ ਵਿੱਚ ਕੋਈ ਲੈਣਾ ਪੈਂਦਾ ਹੋਵੇ ਲਾਇਸੈंस ਇਹਦੇ? जी बिल्कुल, डीजीसीए ने फ्लाइंग स्कूल ओपन करवाए हैं जहाँ पे आप 10 डेज़ की ट्रेनिंग लेते हो, और 10 डेज़ ट्रेनिंग के बाद आपको एक लाइसेंस दिया जाता है, ड्रोन लाइसेंस। उससे आप सर्टिफाइड हो जाते हो कि आपको ड्रोन फ्लाइंग करना आता है। ਤਾਂ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਬੜੇ ਹੀ ਵਧੀਆ ਤਰੀਕੇ ਨਾਲ ਡਰੋਨਸ ਦੇ ਪ੍ਰਤੀ ਜਿਹੜੇ ਕਿ ਇੱਕ ਜਾਣਕਾਰੀ ਦਿੱਤੀ ਜਾਂਦੀ ਹੈ, ਟ੍ਰੇਨਿੰਗ ਦਿੱਤੀ ਜਾਂਦੀ ਆ, ਡਰੋਨਸ ਬਣਾਏ ਜਾਂਦੇ ਆ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।